ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਰਦਾਰ ਪ੍ਰਕਾਸ਼ ਸਿੰਘ ਸੱਚਰ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਮਿਸਟਰ ਅਸ਼ੋਕ ਸੱਚਰ, ਮਿਸਿਸ ਕਮਲ ਸੱਚਰ, ਮਿਸਟਰ ਪ੍ਰਵੀਨ ਸੱਚਰ, ਮਿਸਿਸ ਨੀਲਮ ਸੱਚਰ, ਸੀਤਾ ਖੁੱਲਰ, ਅਮੀਰ ਚੰਦ ਖੁੱਲਰ, किरण धवन, रविंदर धवन, अनीता सियाल, दिनेश सियाल, अनु धवन, मनदीप धवन, मिस्टर संदीप सच्चर, मिसिस तन्वी सच्चर, राहुल सच्चर, शीनम सच्चर, अर्श सच्चर, अंजू सच्चर, नितिन सच्चर, सुखदीप सच्चर, वीनस बत्रा, निखिल बत्रा, दानिश, लविन, ज्यादिन, स्नेजा, त्रेहन, कशवी, युवान, ਯੋਵਿਨ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਸ਼੍ਰੀ ਰਾਧਾ ਕ੍ਰਿਸ਼ਨ ਧਾਮ ਫਰੀਦਕੋਟ ਵਿਖੇ ਕਰਵਾਇਆ ਗਿਆ, ਜਿਸ ਵਿੱਚ ਸਭ ਤੋਂ ਪਹਿਲਾਂ ਭਜਨ ਗਾਇਕ ਵੱਲੋਂ ਆਪਣੇ ਸ਼ਬਦਾਂ ਰਾਹੀਂ ਸਰਦਾਰ ਪ੍ਰਕਾਸ਼ ਸਿੰਘ ਸੱਚਰ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਪਰੰਤ ਪੰਡਤ ਜੀ ਵੱਲੋਂ ਜੀਵਨ ਅਤੇ ਮੌਤ ਦੀਆਂ ਸੱਚਾਈਆਂ ਬਾਰੇ ਚਾਨਣਾ ਪਾਉਂਦੇ ਹੋਏ ਸਭ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਦਰਸਾਏ ਮਾਰਗ ਤੇ ਚੱਲਣ ਦੀ ਸਿੱਖਿਆ ਦਿੱਤੀ। ਸਰਦਾਰ ਪ੍ਰਕਾਸ਼ ਸਿੰਘ ਸੱਚਰ ਜੀ ਦਾ ਜਨਮ ਪਿਤਾ ਡਾਕਟਰ ਰਾਮ ਲਾਲ ਸੱਚਰ ਜੀ ਦੇ ਘਰ ਮਾਤਾ ਸ਼੍ਰੀਮਤੀ ਕੇਸਰਾ ਦੇਵੀ ਸੱਚਰ ਜੀ ਦੀ ਕੁੱਖੋਂ 4 ਦਸੰਬਰ 1927 ਨੂੰ ਬਰਮਾ ਵਿਖੇ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਸੁਘੜ, ਸਿਆਣੇ ਅਤੇ ਹੋਣਹਾਰ ਪ੍ਰਤਿਭਾ ਦੇ ਮਾਲਕ ਸਨ। ਆਪ ਜੀ ਨੇ ਆਪਣੀ ਸਿੱਖਿਆ ਲਾਹੌਰ ਤੋਂ ਪ੍ਰਾਪਤ ਕੀਤੀ। ਉਪਰੰਤ ਆਪ ਜੀ ਨੇ ਆਪਣੀ ਨੌਕਰੀ ਦੀ ਸ਼ੁਰੂਆਤ ਕੀਤੀ। ਆਪ ਜੀ ਆਪਣੇ ਹਰ ਕੰਮ ਨੂੰ ਬਹੁਤ ਹੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕਰਿਆ ਕਰਦੇ ਸਨ। ਆਪ ਜੀ ਨੇ ਆਪਣੇ ਕਾਰੋਬਾਰ ਵਿੱਚ ਖੂਬ ਉન્નਤੀ ਹਾਸਲ ਕੀਤੀ ਅਤੇ ਪੌੜੀ ਦਰ ਪੌੜੀ ਅੱਗੇ ਵਧਦੇ ਚਲੇ ਗਏ। ਆਪ ਜੀ ਦਾ ਵਿਆਹ ਸ਼੍ਰੀਮਤੀ ਅਵਿਨਾਸ਼ ਰਾਣੀ ਸੱਚਰ ਜੀ ਹੁਣਾਂ ਨਾਲ ਹੋਇਆ। ਵਿਆਹ ਉਪਰੰਤ ਆਪ ਜੀ ਨੇ ਆਪਣੀਆਂ ਪਰਿਵਾਰਕ ਜ਼ਿੰਮੇਦਾਰੀਆਂ ਨੂੰ ਬਖੂਬੀ ਨਿਭਾਇਆ। ਆਪ ਜੀ ਦੇ ਘਰ 2 ਬੇਟੀਆਂ ਅਸ਼ੋਕ ਸੱਚਰ ਅਤੇ ਪ੍ਰਵੀਨ ਸੱਚਰ ਅਤੇ ਬੇਟੀਆਂ ਸੀਤਾ, किरण, अनीता ਅਤੇ ਅਨੂ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਚੰਗੇ ਸੰਸਕਾਰ ਦਿੱਤੇ, ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਅੱਜ ਆਪ ਜੀ ਦੀਆਂ ਬੇਟੀਆਂ ਆਪੋ ਆਪਣੇ ਸਹੁਰੇ ਘਰੀ ਸੁਖੀ ਵਿਆਹਤਾ ਜੀਵਨ ਬਤੀਤ ਕਰ ਰਹੀਆਂ ਹਨ ਅਤੇ ਆਪ ਜੀ ਦੇ ਦੋਨੋਂ ਬੇਟੇ ਉੱਘੇ ਬਿਜ਼ਨਸਮੈਨ ਹਨ ਅਤੇ ਆਪਣੇ ਮਾਤਾ ਜੀ ਅਤੇ ਆਪਣੇ ਪਿਤਾ ਜੀ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਖੂਬ ਨਾਮਣਾ ਖੱਟ ਰਹੇ ਹਨ। ਆਪ ਜੀ ਦੇ ਪੋਤੇ ਵੀ ਬਹੁਤ ਹੀ ਮਿਹਨਤੀ ਹਨ ਅਤੇ ਆਪਣੇ ਦਾਦਾ ਜੀ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਆਪਣੇ ਪਰਿਵਾਰ ਨੂੰ ਉੱਚ ਬੁਲੰਦੀਆਂ ਤੇ ਪਹੁੰਚਾ ਰਹੇ ਹਨ। ਸਰਦਾਰ ਪ੍ਰਕਾਸ਼ ਸੱਚਰ ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ। ਗਰੀਬਾਂ ਅਤੇ ਦੀਨ ਦੁਖੀਆਂ ਦੀ ਸਹਾਇਤਾ ਆਪ ਜੀ ਹਮੇਸ਼ਾ ਹੀ ਤਨੋ ਮਨੋ ਅਤੇ ਤਨੋ ਕਰਿਆ ਕਰਦੇ ਸਨ। ਆਪ ਜੀ ਬਹੁਤ ਹੀ ਮਿੱਠੀ ਬੋਲੀ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬੋਲੀ ਨਾਲ ਹਰ ਇੱਕ ਨੂੰ ਆਪਣੀ ਤਰਫ ਖਿੱਚਣ ਦੀ ਸ਼ਕਤੀ ਆਪ ਜੀ ਵਿੱਚ ਮੌਜੂਦ ਸੀ। ਮੌਜੂਦਾ ਸਮੇਂ ਵਿੱਚ ਸਰਦਾਰ ਪ੍ਰਕਾਸ਼ ਸੱਚਰ ਜੀ ਦੀ ਫੁਲਵਾੜੀ ਉਹਨਾਂ ਦੇ ਪੜਪੋਤੇ, ਪੜਪੋਤੀਆਂ, ਪੜਦੋਤੇ, ਪੜਦੋਤੀਆਂ ਨਾਲ ਮਹਿਕ ਰਹੀ ਹੈ। भजन व्यर्था है, ये जीवन मुक जाना, भरोसा श्वासों का भरोसा, खबरे खो जाना, बिन भजन व्यर्था
तैनों नहीं, मालिक की अमानत है, तेरा जिस्म नहीं, बख्शिश है, ए रहमत है, पर तैनों नहीं। श्वासां दे परिंदे में, श्वासां दे परिंदे में, एक दिन ते उठ जाना, बिन भजन व्यर्था है, ये जीवन मुक जाना, श्वासां दा भरोसा जी। बंदगी नाल जिंदगी है, बंदगी नाल जिंदगी है, सत्संग ते जाया करे, मालिक दी शरण करना, खूब करना कमाया करे। बंदगी नाल जिंदगी है, सत्संग पे जाया करे, मालिक दी शरण करना में वचन, शुभ करना कमाया करे। आखिर इस जिंदगी में, आखिर इस जिंदगी में, एक दिन पे मुक जाना, बिन भजन व्यर्था है, जीवन मुक जाना। कृष्ण 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 कृष्ण, राधे 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 राधे, कृष्ण 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 कृष्ण, राधे 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 राधे, कृष्ण 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 कृष्ण, राधे 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 राधे। कोई संगी जाने वो कौन सके, कहाँ हम चले न कोई संगे, जाने वो कौन सके, कहाँ हम चले। न कोई संगे, जाने वो कौन सके, जहाँ तुम चले गए, जहाँ तुम चले गए। इस दिल पे लगा करके, जाने वो कौन सके, कहाँ तुम चले गए, कहाँ तुम चले गए। एक आह भरी होगी, हमने न सुनी होगी, जाते जाते तुमने आवाज़ दी होगी। एक आह भरी होगी, हमने न सुनी होगी, जाते जाते तुमने आवाज़
में चुभते हैं, नमक ठहरता है, आंसू रुकते हैं। तुम्हें भूल रहा है क्या? हम कैसे करें इकरार, हम चले गए, हम चले गए, हम चले गए। वास्तव में कहते हैं, सेवा माता पिता की सेवा करनी चाहिए। सभी कहते हैं कि सेवा, सारे कहते हैं सेवा करनी चाहिए। और इतनी आयु प्राप्ति और सेवा से युवा, ये मेरा पर्सनल अनुभव है। बोले कैसे तुम्हें पता? शास्त्र के मुताबिक, पुराण के मुताबिक और जो है नियम धर्म के मुताबिक, आज नहीं, कम से कम मेरी नजर से, मेरी आंखें सामने, क्योंकि मैं इस परिवार में पता नहीं ऐसा प्रेम, समझ लीजिए नदी एक तरफ पानी बह जाती है तो बाहर हुआ पानी वापस नहीं आता। एक बार पानी बह जाता है तो पानी वापस कर जाता, बह गया। गज परिवार में यह घटना सुना। बड़े बाबू अशोक शंकर साहब ने, छोटे बाबू प्रवीण जी ने, जब ये समाचार जैसे कहा, समझ लो पानी बह रहा था तो वापस तो हो गया, ना कुछ भी हक्का न पक्का रह गया। बोले ठीक है दिमाग, इसे धरती यदि धारा से चलो। रही बात सेवा, वास्तव में स्वास्थ्य की दृष्टि से देखा जाए तो था कुछ नहीं, उनको तकलीफ है, लेकिन सेवा ही सेवा, बड़ी ही सेवा, बड़ी ही सेवा माता पिता जी का और बड़े बाबू का। इन्होंने जो सेवा करी है, मैंने आंखों से देखा है घर में, और सब सुने सुने हो, मैं तो आंखों से देखा है, मैंने तो अनुभव किया है, मैंने तो कानों से सुना है, और मैंने तो प्रत्यक्ष एक पारिवारिक सदस्य जैसा होकर के देखा है। आज से करीब दोनों को बीमारी, बड़ी बेबी जी और बड़े बाबू को, स्वर्गीय प्रकाश सिंह सज्जन साहब को तकलीफ, वास्तव में खाद जो है कुर्सी में, चेयर जिसको बोलते हैं उसमें, और कसम साहब से ये 11 हो सकता है, 9 हो सकता है, लेकिन 10 वर्ष इतनी सेवा, इतनी सेवा, इतनी सेवा, उठाना उठाना, बैठाना बैठाना, फिर खिलाना खिलाना पिलाना, 3 वर्षों से महसूस होने नहीं दिया कि बीमार है। वो सेवादार कंटिन्यू वहां पे खड़े हैं, बैठे हैं। बाबू लोग आगे गए, पीछे गए, पहले आके बापू ने खाया कुछ, बापू को कुछ देता, बापू कुछ आज खाया नहीं देता, बोले ठीक है, बोले ठीक है, ऐसा वर्णन करके जाना था। ऐसी संस्कार, ऐसे संस्कार बड़ों के प्रति मान और सम्मान और इतना सेवा भाव, पहले तो जागृति नहीं होती, जागृति हो गया, दुनियादारी है, संसार लेकिन धन्य है दोनों पुत्र पुत्रवधू और पोत्रे पोत्रे परपोत्रे घर परिवार को स्वर्गीय प्रकाश सिंह बादल की आशीर्वाद द्वारा अशोक सज्जन की संदीप सज्जन परपोता हो गया, तानी सज्जन परपोते कहा गया। 1 2 3 4 5 की परपोते से देखिए इतनी पीढ़ी धन्य देव और सदा प्रसन्न मदिरा जगानी सतई वचन सर्वजन सुसौरे, ये पुराण का वचन है। ऐसा खिलता भूलता फलता खामिया मान सम्मान इज्जत और धन, ज्यादा कुछ कमाई नहीं
कथने जागरण कथने चौकी कथने बोले पाठ कितनी पूजा बस क्या तो गिनती तो है बोले और कितनी दान अब समाज में सोसाइटी में धर्मशाला में और अपने जो है और सभा में खत्री सभा में और सभा में और सभा ये सभा सोसाइटी में तो ये नहीं पता जाने सकते धार्मिक दृष्टि से देखा जाए और राजनीतिक दृष्टि से देखा जाए तो मान सम्मान इज्जत कामयाबी परिपूर्ण सबका और सामाजिक और व्यवहारिक और सारी चीज नहीं हो सकता विधान ने दिया तो बोले क्या है दुनिया में कुछ नहीं है एक सांसें हैं और दूसरा शरीर है एक सांसें है और दूसरा शरीर है सांसें हैं भगवान ने दी है और शरीर है माता पिता ने दिया है और तो सारा खेला खेल है जिसने जो को पहचान लिया शरीर को पहचान लिया माता पिता ने दिया है तो उनकी सेवा करनी चाहिए कदर करनी चाहिए और सांसें भगवान ने दी है तो बोले जितने दिन सांस चल रहा है कोई ना कोई काम करना चाहिए वास्तव में ऐसे लाल संतान योग्य संतान बापू गए लाल सच्चर साहब गए लाल संतान पुत्र पौत्र परपुत्र बेटियां दोतियां तो ये हमारे शास्त्र कहते हैं दुनिया में हमारे सनातन धर्म में बड़ा अनेक शास्त्र पता नहीं कि मैं चार उपनिषद 18 पुराण 18 उपपुराण महापुराण ग्रंथ न्याय वेदांत ज्योतिष छंद मनुष्य 18 बार जन्म लेगा तो भी पूरा पढ़ नहीं पाएगा इतने ग्रंथ ऋषियों ने लिखा इतने ग्रंथ इतने पुराण इतने है मनुष्य कई जन्म में तो पढ़ ही नहीं पाएगा पूरे नहीं कर पाएगा लेकिन दुनिया में 2 ग्रंथ है गीता और गरुड़ और सब कवि के बल बनाए सभी कवियों ने लिखा बताया है महापुरुषों ने बताया कहते ना क्या लेकर तुम आया रे जग में क्या लेकर तुम जाएगा मुट्ठी बांधे आया रे जग में हाथ पसारी जाएगा क्या लेकर तुम आया रे जग में अरे हर प्राणी अपने स्मरण की गिनती को लेकर के आता और लेकर देकर के क्या गया ऐसे संतान ऐसी लायक संतान ऐसी योग्य संतान ऐसे कामयाब समाज के लिए एक समाज के लिए ऐसे पुत्र पुत्र प्रपुत्र बेटियां नाती और संपूर्ण प्रकार से अभ्युत्थान आशीर्वचन देते हैं आशीर्वचन बोले लगता क्या है मिलता क्या है बोले ये मिलता है जहाँ माता पिता का आशीर्वाद बड़ों का आशीर्वाद बड़ों की आशीर्वाद बुजुर्गों की आशीर्वाद मिल गया तो बोले फिर गुरु कृपा हो जाए इसलिए सबसे पहले माता गुरु मैं बताएगी गीता में फलाना बस इस हिसाब से यही कहा जाएगा शास्त्र मुताबिक ध्यान मुताबिक भगवान हरि नारायण कृष्ण भगवान श्री गरुड़ जी को निमित्त बना करके संसार को समझा रहे हैं दिवान सरोदे दिवागम गजात्मा जाया सुधा दधेलो भगवान विमोचन वत्स्यानि जंगलिदं क्षणभंगनिका वैराग्यरागरसिगो भवभक्तिनिष्ठा ऐसा जीवन चरित्रवान नीतिवान ज्ञानवान आलसवान और वैराग्यवान और त्यागवान संपूर्ण जीवन बनाया तो यह इस लोक में संसार में इसी जगत में है और इनके कल्याण करेगा कैसी
जो शोर को कोई जाती है। ऋषियों ने निर्णय निकाला, ज्ञान से, ध्यान से, स्वभाव से, व्यवहार से, आहार से, आदमी की पहचान बताई, उसके स्वभाव से, उसके व्यवहार से, उसके आहार से, उसके खान पान से, उसके बोली बाणी से, उसके विचार से, उसके कर्म से, उसके धर्म से, यह बताया। दो भटघड़ी में परिवार को सलाह देने के लिए घर बहुत था। मैं गीता जी की प्रवृत्ति की कथा कर रहा हूँ, लेकिन सारा कथा की जो धर्म की तरफ की कथा है वो घट जाती है इस परिवार में। सत्कर्मी परिवार में करता है, अन्याय अत्याचार झूठ पाकर परिवारी हरण है तो बहुत हो जाते हैं। मैं क्या करूँ, ये चलो समय हो गया, समय रखता नहीं है। धन्यवाद। आए हुए सभी जन को परिवार की तरफ से बड़े धन्यवाद किया। कितनी ही श्रद्धांजलि, क्योंकि परिवार ऐसा है। हमारा 30 साल से इस परिवार के साथ में जुड़ा हुआ और जो इज्जत और मान और सम्मान ने सत्तर परिवार ने हमको दिया, उसका अपन का पालन करें। बैठा हुआ एक गाँव की तरफ बैठा हुआ पक्षी वगैरह का पानी वापस हो गया, कोई नहीं गया, कोई नहीं गया, लेकिन इसी बच्चा ने क्या गया बात सुनकर के आ गया। ठीक है, बहुत ही शोकमई समागम ਦੇ ਵਿੱਚ ਜਿੰਨੀਆਂ ਵੀ ਸਤਿਕਾਰਯੋਗ ਹਸਤੀਆਂ ਸੱਚੇ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਦੇ ਲਈ ਆਈਆਂ ਨੇ, ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਪਰਿਵਾਰ ਦੇ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ। ਕਿਉਂਕਿ ਸਿਆਣੇ ਦੇ ਬੋਲ ਨੇ, ਸਿਆਣੇ ਦੀ ਕਹਾਵਤ ਹੈ, ਕਹਿੰਦੇ ਪਰਮਾਤਮਾ ਕਰੇ ਹਰ ਘਰ ਦੇ ਵਿੱਚ ਖੁਸ਼ੀਆਂ ਆਉਣ, ਖੇੜੇ ਆਉਣ, ਤੇ ਉਹ ਲੋਕ ਜਿਨ੍ਹਾਂ ਦੇ ਨਾਲ ਸਾਡਾ ਮਨ ਰਲਦਾ, ਮਤ ਰਲਦੀ ਹੈ, ਵਿਚਾਰ ਰਲਦੇ ਹੈ, ਜਦੋਂ ਆ ਕੇ ਨਾਲ ਖੜਦੇ ਹੈ ਤਾਂ ਖੁਸ਼ੀ ਕਈ ਗੁਣਾ ਦੁੱਗਣੀ ਚੌਗਣੀ ਹੋ ਜਾਂਦੀ ਹੈ। ਪਰਮਾਤਮਾ ਨਾ ਕਰੇ ਕਿਸੇ ਘਰ ਦੇ ਵਿੱਚੋਂ ਘਰ ਦਾ ਮੁਖੀ ਚਲਾ ਜਾਵੇ, ਫਿਰ ਉਸ ਵਕਤ ਵੀ ਜਿਹਨਾਂ ਲੋਕਾਂ ਦੇ ਨਾਲ ਸਾਡੀ ਮਤ ਰਲਦੀ ਹੈ, ਮਨ ਰਲਦਾ ਹੈ, ਜਦੋਂ ਨਾਲ ਆ ਕੇ ਖੜਦੇ ਆ ਤਾਂ ਪਰਿਵਾਰ ਦੇ ਦੁੱਖ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਿਉਂਕਿ ਬਜ਼ੁਰਗ ਜਿੰਨੀ ਮਰਜ਼ੀ ਉਮਰ ਹੋ ਜੇ, ਉਹਨਾਂ ਦੀ ਸਾਨੂੰ ਸਦਾ ਹੀ ਲੋੜ ਹੁੰਦੀ ਹੈ। ਕਿਉਂਕਿ ਜਿਨ੍ਹਾਂ ਨੇ ਸਾਨੂੰ ਇਹ ਜੀਵਨ ਦਿੱਤਾ ਹੁੰਦਾ ਹੈ, ਜੀਵਨ ਜਾਂਚ ਸਿਖਾਈ ਹੁੰਦੀ ਹੈ, ਔਰ ਪੈਰ ਪੈਰ ਤੇ ਸਾਡੀ ਅਗਵਾਈ ਕਰਦੇ ਨੇ, ਔਰ ਉਹਨਾਂ ਦੀ ਯੋਗ ਅਗਵਾਈ ਸਦਕਾ ਹੀ ਇੱਕ ਦਿਨ ਕੋਈ ਵੀ ਬੱਚਾ ਆਪਣੇ ਫੈਸਲੇ ਲੈਣ ਦੇ ਕਾਬਿਲ ਬਣਦਾ ਹੈ। ਸੋ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਪ੍ਰਕਾਸ਼ ਸਿੰਘ ਜੀ ਸੱਚਰ, ਜਿਨ੍ਹਾਂ ਦਾ ਜਨਮ 1927 ਦੇ ਵਿੱਚ ਸਵਰਗੀ ਡਾਕਟਰ ਰਾਮਲਾਲ ਸੱਚਰ ਦੇ ਘਰ ਮਾਤਾ ਕੇਸਰਾ ਦੇਵੀ ਜੀ ਦੀ ਕੁੱਖੋਂ ਹੋਇਆ, ਔਰ 5 ਸਾਲ ਦੀ ਉਹਨਾਂ ਦੀ ਉਮਰ ਸੀ ਜਦੋਂ ਉਹਨਾਂ ਦੇ ਫਾਦਰ ਸਾਹਿਬ ਅਚਾਨਕ ਉਹਨਾਂ ਨੂੰ ਛੱਡ ਕੇ, ਸਦਾ ਲਈ ਛੱਡ ਕੇ ਇਸ ਦੁਨੀਆ ਤੋਂ ਅਲਵਿਦਾ ਆਖ ਕੇ, ਤੇ ਫਿਰ ਉਹਨਾਂ ਦੀ ਮਾਤਾ ਜੀ ਇੱਥੇ ਮਹਿਤਾ ਪਰਿਵਾਰ ਦੇ ਵਿੱਚ ਉਹਨਾਂ ਨੂੰ ਲੈ ਕੇ ਆਏ, ਔਰ ਉਹਨਾਂ ਦਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਾਲਣ ਪੋਸ਼ਣ ਕੀਤਾ, ਸਿੱਖਿਆ ਦਿੱਤੀ, ਚੰਗੇ ਸੰਸਕਾਰ ਦਿੱਤੇ, ਤੇ ਫਿਰ ਉਹਨਾਂ ਨੇ ਜੋਗੀਸ਼ਰੀ ਦੇ ਵਿੱਚ ਆਪਣੀ ਬਾਖੂਬੀ ਸੇਵਾ ਨਿਭਾਈ। ਮਹਿਤਾ ਪਰਿਵਾਰ ਦਾ ਵੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਬਾਊ ਜੀ, ਸਾਡੇ ਫਾਦਰ ਸਾਹਿਬ, ਉਹਨਾਂ ਨੂੰ ਇੱਥੇ ਬਹੁਤ ਵਧੀਆ ਤਰੀਕੇ ਦੇ ਨਾਲ ਵਿਚਰਨ ਦੇ ਲਈ ਹਮੇਸ਼ਾ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ। ਔਰ 1984 ਦੇ ਵਿੱਚ ਸਾਡੇ ਬਾਊ ਸ਼੍ਰੀ ਪ੍ਰਕਾਸ਼ ਸਿੰਘ ਜੀ ਸੱਚਰ ਸਾਹਿਬ ਆਪਣੀ ਸੇਵਾ ਤੋਂ ਮੁਕਤ ਹੋਏ। ਉਹਨਾਂ ਦੇ 2 ਫਰਜ਼ੰਦ, 2 ਲਾਡਲੇ ਬੇਟੇ ਸਮਾਜ ਸੇਵੀ ਅਸ਼ੋਕ ਸੱਚਰ ਜੀ ਜੋ ਚੇਅਰਮੈਨ ਨੇ ਦੁਸਹਿਰਾ ਕਮੇਟੀ ਦੇ, ਜਿਵੇਂ ਉਹਨਾਂ ਦੀਆਂ ਸਾਰੀਆਂ ਉਹਦੇ ਦੱਸਣ ਲੱਗਿਆ ਤਾਂ ਬਹੁਤ ਸਾਰਾ ਟਾਈਮ ਲੱਗ ਜਾਣਾ। ਸ਼੍ਰੀ ਪ੍ਰਵੀਨ ਸੱਚਰ ਜੀ ਰਿਟਾਇਰਡ ਤਹਿਸੀਲਦਾਰ ਸਾਹਿਬ, ਔਰ ਸਾਡੀਆਂ ਚਾਰੇ ਭੈਣਾਂ श्रीमती सीता देवी जी, श्रीमती किरण धवन जी, श्रीमती अनुरीता जी, श्रीमती अनीता जी, सारिਆਂ ਨੂੰ ਬਜ਼ੁਰਗਾਂ ਨੇ ਮਾਤਾ श्रीमती अविनाश कौर जी ਉਹਨਾਂ ਦੇ ਨਾਲ ਰਲ ਕੇ ਚੰਗੇ ਸੰਸਕਾਰ ਔਰ ਸਿੱਖਿਆ ਦਿੱਤੀ, ਔਰ ਅੱਜ ਸਮਾਜ ਦੇ ਲਈ ਸੱਚਰ ਪਰਿਵਾਰ ਵਰਦਾਨ ਬਣਿਆ ਹੋਇਆ ਹੈ।
ਕੋਈ ਵੀ ਧਰਮ ਕਰਮ ਦਾ ਕੰਮ ਹੋਵੇ, ਕੋਈ ਸੇਵਾ ਦਾ ਕੰਮ ਹੋਵੇ, ਤੇ ਮੈਂ ਸਮਝਦਾ ਜੋ ਇਹਨਾਂ ਦੇ ਬਜ਼ੁਰਗਾਂ ਨੇ ਸਾਨੂੰ ਸੇਵਾ ਦੇ ਸੰਸਕਾਰ ਦਿੱਤੇ ਨੇ, ਇਹ ਹਰ ਕੰਮ ਦੇ ਵਿੱਚ ਮੂਹਰੇ ਰਹਿ ਕੇ ਬੜੇ ਮਨ ਤੋਂ, ਬੜੇ ਦਿਲ ਤੋਂ ਸੇਵਾ ਕਰਦੇ ਨੇ, ਕਿਉਂਕਿ ਮੌਤ ਇੱਕ ਅਟਲ ਸੱਚਾਈ ਹੈ ਜਿਸ ਦੇ ਬਾਰੇ ਕਿਸੇ ਨੇ ਬਾਖੂਬੀ ਲਿਖਿਆ ਕਿ ਅੱਜ ਤੇਰੇ ਤੇ ਕੱਲ ਮੇਰੇ ਤੇ, ਅੱਜ ਤੇਰੇ ਤੇ ਕੱਲ ਮੇਰੇ ਤੇ ਇਹ ਘਟਨਾ ਵਾਪਰ ਜਾਣੀ ਹੈ। ਉੱਥੇ ਕੱਚੇ ਘਰੇ ਵੀ ਕੀ ਬਚਣਾ, ਜਿੱਥੇ ਮੌਤ ਹੜਾਂ ਦੇ ਪਾਣੀ ਹੈ, ਬਿਨ ਦੱਸਿਆ ਹੀ ਲੈ ਜਾਣਾ, ਕੁਦਰਤ ਦੀ ਰੀਤ ਪੁਰਾਣੀ ਹੈ। ਅਸੀਂ ਤੇਰਾ ਪਾਣਾ ਮੀਠਾ ਲਾ ਕੇ ਸੰਧੂਆ ਕਹਿ ਕੇ ਜ਼ਿੰਦਗੀ ਮਾਣੀ ਹੈ। ਸੋ ਜ਼ਿੰਦਗੀ ਇਸੇ ਤਰ੍ਹਾਂ ਨਿਰੰਤਰ ਚੱਲਦੀ ਰਹਿੰਦੀ ਹੈ। ਪਰ ਮੈਂ ਸਮਝਦਾ ਬਜ਼ੁਰਗ ਇੱਕ ਵਿਲੱਖਣ ਕਿਸਮ ਦਾ ਸਕੂਨ ਨਾਲ ਲੈ ਕੇ ਗਏ ਨੇ। ਉਹਨਾਂ ਨੂੰ ਇਸ ਗੱਲ ਦਾ ਸਕੂਨ ਹੋਏਗਾ ਕਿ ਉਹਨਾਂ ਦੇ ਦਰਸਾਏ ਹੋਏ ਮਾਰਗ ਦੇ ਉੱਪਰ ਉਹਨਾਂ ਦੇ ਪੁੱਤਰ ਬਾਖੂਬੀ ਚੱਲ ਕੇ ਸੇਵਾ ਦੇ ਖੇਤਰ ਦੇ ਵਿੱਚ ਅੱਗੇ ਵਧ ਰਹੇ ਨੇ, ਔਰ ਨਾਲ ਨਾਲ ਜਿੱਥੇ ਉਹਨਾਂ ਨੇ ਆਪਣੇ ਕਾਰੋਬਾਰ ਦੇ ਵਿੱਚ ਆਪਣਾ ਨਾਮ ਬੁਲੰਦੀਆਂ ਤੇ ਪਹੁੰਚਾਇਆ, ਉੱਥੇ ਆਪਣੇ ਹੱਕ ਸੱਚ ਦੀ ਕਮਾਈ ਨੂੰ ਸਮਾਜ ਸੇਵਾ ਦੇ ਵਿੱਚ ਵੱਡੇ ਦਿਲ ਖੋਲ ਕੇ ਸਹਿਯੋਗ ਦਿੱਤਾ ਹੈ। ਔਰ ਸਰਦਾਰ ਪ੍ਰਕਾਸ਼ ਸਿੰਘ ਜੀ ਸੱਜਰ ਸਾਹਿਬ, ਉਹਨਾਂ ਦੇ ਚਾਰੇ ਪੋਤਰੇ ਸੰਦੀਪ ਸੱਜਰ ਜੀ ਅਮਰੀਕਾ ਦੇ ਵਿੱਚ ਪੂਰੀ ਤਰ੍ਹਾਂ ਸੈਟਲ ਨੇ। ਰਾਹੁਲ ਸੱਜਰ ਜੀ ਸਾਡੇ ਬਹੁਤ ਪਿਆਰੇ ਵੀਰ, ਦਸ਼ਮੇਸ਼ ਸੋਲਰ एनर्जी के मैनेजिंग डायरेक्टर ने, और वो भी भारत पद्धर के उपर सारा मान बढ़ा रहे हैं। आर एस सज्जर मेरे बहुत प्यारे वीर ने, और शाही हवेली के मैनेजिंग डायरेक्टर ने। नितिन सज्जर साहब साडे कैनेडा दे विच पूरी तरह सैटल ने। और इस तरह बाबू जी ने चौथी पीढ़ी पोतरियां दे नाल नाल पड़पोतरियां दे नाल भी अपने जीवन के सफर को अगे बढ़ाया है। सो बहुत सारिया उन्होंने पक्ष के विच गल्लां कीतियां जा सकदियां। धार्मिक प्रवृत्ति के मालक सी, और गौ सेवा का उन्होंने हमेशा शौक रहता सी, और उन्होंने दिल खोल के हर धर्म कर्म के काम लई जिथे आप सहयोग किया, उथे इस गल दे लई अपने बच्चों को भी निरंतर प्रेरित किया। और बहुत सारिया मैं पहला जिवें बेनती की है कि गल्लां कीतियां जा सकदियां, पर समय की नजाकत को देखते हुए मानयोग सरदार कुशलदीप सिंह जी ढिल्लों साहब मैनू हुक्म होया कि मैं सब तो पहला उन्होंने बेनती करा, मानयोग सरदार कुशलदीप सिंह जी ढिल्लों साडे हरमन प्यारे आगू साडे हल्के के साबका विधायक, मैं उन्होंने बेनती करदा कि सब तो पहला वो माइक ते आउणगे और सरदार प्रकाश सिंह जी सज्जन साहब को श्रद्धांजलि शब्दां दे फुल भेंट करनगे। मानयोग सरदार कुशलदीप सिंह जी ढिल्लों साहब, मैं उन्होंने बेनती करदा कि वो इधरले पासे मत्था टेकन तो बाद श्रद्धांजलि देने के लिए माइक पे आ जाए। और बहुत सारिया मानयोग सत्कारयोग हस्तियों के वालों साडे कोल शोक मते पहुंचे ने, परिवार के नाल दुख वंडाउण आए ने। असीं उन्हां सारिਆਂ ਦਾ तहे दिल तो शुक्रिया अदा करते हैं। श्री टी मल्होत्रा साहब साडे साबका विधायक ओके कारोबारी, पूरे देश के विच जिन्हां दा नाम बड़े अदब सत्कार नाल लिया जाता है। अपनी मेहनत के नाल जिन्हां ने अपना नाम देश और दुनिया के विच बनाया, परिवार नाल दुख वंडाउण आए ने। मानयोग सरदार इंद्रजीत सिंह जी सेखो साहब, जिन्होंने बाबा फरीद संस्थावां के राही बहुत कुछ फरीदकोट इलाके को दिता है, और कहते किसी भी कौम को, किसी मजहब को, किसी शहर को जो तुसीं चाहुंदे कि सचमुच अगे वध जावे तो उन्होंने चंगी सिक्ख्या प्रदान कर दिओ। मैं सेखो साहब का इस गल के लिए धन्यवाद करदा कि उन्होंने अपने बहुत उच्च कोटि के बहुत मियारी सिक्ख्या संस्थान खोले हुए हैं जो देश भर के सानू निरंतर मानता दिवाते हैं। और उन्होंने भी परिवार के नाल बहुत गूढ़ा नाता है, परिवार नाल दुख वंडाउण आए ने। मैं बड़े अदब नाल, बड़े सत्कार के नाल मानयोग सरदार कुशलदीप सिंह जी ढिल्लों साहब को गुजारिश करना है कि सब तो पहला वो शब्दों के फुल भेंट करेंगे। मानयोग सरदार कुशलदीप सिंह जी ढिल्लों साहब। सत्कारयोग बुजुर्ग श्री प्रकाश सच्चर जी की अंतिम अरदास में विराजमान सत्कारक सारी संगत, अज आप सारे सच्चर परिवार नाल दुख में शरीक होए। मेरे तो पहला जस्सी जी ने परिवार बारे, परिवार की सोच बारे, बुजुर्गों के जीवनी बारे बहुत ही तफसील तुहाडे नाल विचार साझे कीते। मैं समझदा कि जो बुजुर्गों की देन सी वो सब तो वड्डी ये सी
ਕਿਉਂਕਿ ਉਹਨਾਂ ਨੇ ਸੱਚਰ ਪਰਿਵਾਰ ਨੂੰ ਇੱਕ ਸਿੱਖਿਆ ਜ਼ਰੂਰ ਦਿੱਤੀ, ਆਪਦੇ ਬੱਚਿਆਂ ਨੂੰ, ਆਪਦੇ ਪੋਤਿਆਂ ਨੂੰ, ਕਿ ਹਮੇਸ਼ਾ ਇਹ ਪਰਿਵਾਰ ਸ਼ਹਿਰ ਵਿੱਚ ਹਰੇਕ ਦੀ ਖੁਸ਼ੀ ਗਮੀ ਵਿੱਚ ਸਭ ਤੋਂ ਪਹਿਲਾਂ ਖੜਾ ਹੁੰਦਾ ਹੈ। ਹਮੇਸ਼ਾ ਹਰੇਕ ਦੇ ਲੋੜ ਵੇਲੇ, ਹਰੇਕ ਦੀ ਦੁੱਖ ਵੇਲੇ ਸਭ ਤੋਂ ਪਹਿਲਾਂ ਹਾਜ਼ਰ ਹੁੰਦਾ ਹੈ। ਸੋ ਇਸ ਪਰਿਵਾਰ ਦੀ ਜੋ ਸ਼ਹਿਰ ਵਿੱਚ ਪਿਆਰ, ਮੁਹੱਬਤ, ਵਰਤ ਵਿਹਾਰ, ਉਹ ਸਭ ਤੋਂ ਵੱਡਾ ਗੁਣ ਹੈ ਇਸ ਪਰਿਵਾਰ ਦਾ, ਮੈਂ ਸਮਝਦਾ। ਬਜ਼ੁਰਗਾਂ ਨੇ ਇੱਕ ਬਹੁਤ ਹੀ ਸਾਦੀ ਅਤੇ ਡਿਸਪਲਿਨ ਜ਼ਿੰਦਗੀ ਜਿਉ ਕੇ ਗਏ, ਉਹ ਮਿਸਾਲ ਹੈ। ਤੇ ਜਿੱਥੇ ਆਪ ਇੱਕ ਡਿਸਪਲਿਨ ਤੇ ਸਾਦੀ ਜ਼ਿੰਦਗੀ ਜਿਉ ਕੇ ਗਏ ਹੈ, ਉੱਥੇ ਸਾਰੇ ਪਰਿਵਾਰ ਨੇ ਬਹੁਤ ਜਿੱਥੇ ਤਰੱਕੀ ਕੀਤੀ ਹੈ, ਨਾਲ ਦੇ ਨਾਲ ਆਪ ਦਾ ਰਿਸ਼ਤੇਦਾਰੀਆਂ ਦੇ ਤੌਰ ਤੇ, ਦੋਸਤੀਆਂ ਦੇ ਤੌਰ ਤੇ ਆਪ ਦਾ ਸਰਕਲ ਕੱਲਾ ਫਰੀਦਕੋਟ ਜ਼ਿਲ੍ਹੇ ਵਿੱਚ ਨਹੀਂ, ਪੰਜਾਬ ਵਿੱਚ ਬਹੁਤ ਵਧਾਇਆ। ਸੋ ਉਹਦਾ ਫਾਇਦਾ ਫਰੀਦਕੋਟ ਵਾਸੀਆਂ ਨੂੰ ਬਹੁਤ ਹੈ। ਕਿਸੇ ਨੂੰ ਕੋਈ ਮੁਸ਼ਕਲ ਹੋਵੇ, ਕੋਈ ਕੰਮ ਹੋਵੇ, ਹਮੇਸ਼ਾ ਸੱਚਰ ਪਰਿਵਾਰ ਮੂਹਰੇ ਲੱਗ ਕੇ ਚੱਲਦਾ ਹੈ। ਇਹ ਹਰੇਕ ਦੇ ਮੁਸ਼ਕਲ ਵੇਲੇ, ਕੰਮ ਵੇਲੇ ਕੰਮ ਆਉਂਦਾ। ਸੋ ਮੈਂ, ਕਿਉਂਕਿ ਇਸ ਪਰਿਵਾਰ ਦਾ ਮੇਰੇ ਨਾਲ ਇੱਕ ਪਰਿਵਾਰਕ ਸੰਬੰਧ ਹੈ, ਬਹੁਤ ਨੇੜੇ ਦਾ ਸੰਬੰਧ ਹੈ, ਮੈਂ ਬੜਾ ਸਮਾਂ ਨਾ ਲੈਂਦਾ ਹੋਇਆ ਜਿੱਥੇ ਪਰਿਵਾਰਕ ਤੌਰ ਤੇ ਇਸ ਪਰਿਵਾਰ ਨਾਲ ਮੈਂ ਇਸ ਦੁੱਖ ਵਿੱਚ ਸ਼ਰੀਕ ਹੁੰਦਾ, ਉੱਥੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਅੱਜ ਅਰਦਾਸ ਕੀਤੀ ਹੈ ਕਿ ਬਜ਼ੁਰਗਾਂ ਨੂੰ ਪਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਸਥਾਨ ਬਖਸ਼ੇ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਤੇ ਖਾਸ ਕਰਕੇ ਜਿਹੜੇ ਨਕਸ਼ੇ ਕਦਮਾਂ ਤੇ ਬਜ਼ੁਰਗ ਇਸ ਪਰਿਵਾਰ ਨੂੰ ਤੋੜ ਕੇ ਗਏ, ਪਰਿਵਾਰ ਉਵੇਂ ਚੱਲਦਾ ਰਹੇ ਤੇ ਉਹਨਾਂ ਦਾ ਨਾਮ ਸਾਰੇ ਇਲਾਕੇ ਵਿੱਚ, ਪੰਜਾਬ ਵਿੱਚ ਉਹ ਵੀ ਰੋਸ਼ਨ ਕਰਦਾ ਰਹੇ। ਇਹਨਾਂ ਕਹਿੰਦਾ ਮਾਫੀ ਮੰਗਦਾ ਤੇ ਫਿਰ ਤੋਂ ਇਸ ਪਰਿਵਾਰ ਨਾਲ ਇਸ ਦੁੱਖ ਵਿੱਚ ਸ਼ਰੀਕ ਹੋਣਾ। ਬਹੁਤ ਬਹੁਤ ਧੰਨਵਾਦ। ਬਜ਼ੁਰਗਾਂ ਦੀ ਲੋੜ ਬਾਰੇ ਕਿਸੇ ਨੇ ਬਹੁਤ ਬਾਖੂਬੀ ਲਿਖਿਆ ਹੈ, ਕਹਿੰਦੇ ਬਾਗ 'ਚ ਹੁੰਦੇ 100 ਮੇਵੇ, ਬਾਗ 'ਚ ਹੁੰਦੇ 100 ਮੇਵੇ, ਪਰ ਸਿਓ ਕਸ਼ਮੀਰੀ ਸਿਓ ਹੁੰਦੇ ਨੇ। ਤੇਲ ਨੇ ਭਾਵੇਂ ਜਿੰਨੀ ਮਰਜ਼ੀ ਕਦਰ ਘਟਾਤੀ ਘਿਓ ਦੀ, ਦੇਸੀ ਘਿਓ ਤਾਂ ਘਿਓ ਹੁੰਦੇ ਨੇ। ਜਿੰਨੇ ਮਰਜ਼ੀ ਜੂਸ ਕਢਾ ਪੀਓ, ਰੋਹ ਤਾਂ ਆਖਰ ਰੋਹ ਹੁੰਦੇ ਨੇ। ਬੱਚੇ ਜਿੰਨੇ ਮਰਜ਼ੀ ਵੱਡੇ ਹੋ ਜਾਣ, ਪਿਓ ਤਾਂ ਆਖਰ ਪਿਓ ਹੁੰਦੇ ਨੇ, ਪਿਓ ਤਾਂ ਆਖਰ ਪਿਓ ਹੁੰਦੇ ਨੇ। ਇਹ ਗੱਲ ਸੱਚੇ ਪਰਿਵਾਰ ਤੋਂ ਸਾਨੂੰ ਸਿੱਖਣੀ ਵੀ ਚਾਹੀਦੀ ਹੈ, ਕਿਉਂਕਿ ਜੋ ਮਾਂ-ਬਾਪ ਦਾ ਅਨੁਭਵ ਹੈ, ਜੋ ਮਾਤਾ-ਪਿਤਾ ਦਾ ਤਜਰਬਾ ਹੈ, ਉਹ ਸਾਡੇ ਕੋਲੇ ਨਹੀਂ ਹੋ ਸਕਦਾ। ਉਹਨਾਂ ਨੇ ਜ਼ਿੰਦਗੀ ਦੀਆਂ ਧੁੱਪਾਂ ਛਾਵਾਂ ਘਟਾਈਆਂ ਹੁੰਦੀਆਂ, ਔਰ ਉਹਨਾਂ ਕੋਲੇ ਬਹੁਤ ਵੱਡੀ ਸਿਆਣਪ ਦਾ ਖਜ਼ਾਨਾ ਹੁੰਦਾ। ਜੇ ਅਸੀਂ ਉਹਨਾਂ ਦੇ ਆਖੇ ਲੱਗ ਜਾਈਏ, ਉਹਨਾਂ ਦੀਆਂ ਗੱਲਾਂ ਨੂੰ ਮੰਨ ਲਈਏ, ਤਾਂ ਸਾਡਾ ਜੀਵਨ ਹੋਰ ਖੁਸ਼ੀਆਂ ਨਾਲ ਭਰ ਸਕਦਾ ਹੈ। ਔਰ ਸੱਚੇ ਪਰਿਵਾਰ ਨੇ, ਮੈਂ ਸਮਝਦਾ, ਇੱਕ ਮਿਸਾਲ ਕਾਇਮ ਕੀਤੀ ਹੈ ਮਾਤਾ ਪਿਤਾ ਨੂੰ ਸਤਿਕਾਰ ਦੇਣ ਦੀ। ਔਰ ਆਪਾਂ ਵੀ ਸਾਰੇ ਜੇ ਇਸ ਗੱਲ ਨੂੰ ਪੱਲੇ ਦੇ ਨਾਲ ਬੰਨ੍ਹ ਕੇ ਲੈ ਜਾਈਏ, ਤਾਂ ਬਜ਼ੁਰਗਾਂ ਨੂੰ ਇਸ ਤੋਂ ਵੱਡੀ ਕੋਈ ਸ਼ਰਧਾਂਜਲੀ ਨਹੀਂ ਹੋ ਸਕਦੀ। ਸੋ ਇਸ ਤੋਂ ਬਾਅਦ ਮੈਨੂੰ ਜੋ ਹੁਕਮ ਹੈ, ਮੈਂ ਬੇਨਤੀ ਕਰਦਾ, ਸਾਡੇ ਫਰੀਦਕੋਟ ਜ਼ਿਲ੍ਹੇ ਦਾ ਹੀ ਹਿੱਸਾ ਮੁਕਤਸਰ ਸਾਹਿਬ, ਔਰ ਮੁਕਤਸਰ ਸਾਹਿਬ ਦੇ ਵਿੱਚੋਂ ਗਿੱਦੜਬਾਹਾ ਦੀ ਧਰਤੀ ਦੇ ਉੱਪਰ ਜਿਨ੍ਹਾਂ ਨੇ ਲੋਕ ਦਿਲਾਂ ਦੇ ਵਿੱਚ ਆਪਣੀ ਬਹੁਤ ਵੱਡੀ ਥਾਂ ਬਣਾਈ ਹੈ, ਔਰ ਇਸ ਵਾਰ ਜਿਨ੍ਹਾਂ ਨੂੰ ਤੀਜੀ ਵਾਰ ਗਿੱਦੜਬਾਹਾ ਦੇ ਲੋਕਾਂ ਨੇ ਆਪਣਾ ਵਿਧਾਇਕ ਚੁਣਿਆ, ਔਰ ਲੋਕਾਂ ਦੇ ਦੁੱਖ ਦਰਦ ਨੂੰ ਬਾਖੂਬੀ ਉਹ ਬਿਆਨ ਕਰਨਾ ਜਾਣਦੇ ਨੇ, ਹੱਲ ਕਰਾਉਣਾ ਜਾਣਦੇ ਨੇ, ਔਰ ਸਾਡੇ ਬਹੁਤ ਹੀ ਸਤਿਕਾਰਯੋਗ ਨੇ। ਇਸ ਪਰਿਵਾਰ ਦੇ ਬਹੁਤ ਕਰੀਬੀ ਰਿਸ਼ਤੇਦਾਰ ਨੇ। ਮੈਂ ਬੜੀ ਨਿਮਰਤਾ ਨਾਲ, ਬੜੇ ਅਦਬ ਨਾਲ, ਬੜੇ ਸਤਿਕਾਰ ਦੇ ਨਾਲ ਅਮਰਿੰਦਰ ਰਾਜਾ ਵੜਿੰਗ ਸਾਹਿਬ, ਜਿਹਨਾਂ ਨੂੰ ਅਸੀਂ ਸਾਰੇ ਸਤਿਕਾਰ ਦੇ ਨਾਲ, ਪਿਆਰ ਦੇ ਨਾਲ ਰਾਜਾ ਵੜਿੰਗ ਸਾਹਿਬ ਕਹਿੰਦੇ ਹਾਂ, ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਉਣ ਔਰ ਵਿਛੜੀ ਹੋਈ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ। ਮਾਨਯੋਗ ਰਾਜਾ ਅਮਰਿੰਦਰ ਰਾਜਾ ਵੜਿੰਗ ਸਾਹਿਬ। ਸਾਡੇ ਬਜ਼ੁਰਗ ਸਰਦਾਰ ਪ੍ਰਕਾਸ਼ ਸਿੰਘ ਜੀ ਸੱਚਰ ਸਾਹਿਬ ਜੀ ਦੀ ਅੰਤਮ ਅਰਦਾਸ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਰਾਮ ਸ਼੍ਰੀ ਰਾਮ। ਅੱਜ ਦੇ ਸ਼ਰਧਾਂਜਲੀ ਸਮਾਗਮ ਦੇ ਵਿੱਚ ਮੈਨੂੰ ਹੁਕਮ ਹੋਇਆ ਕਿ ਮੈਂ ਸਾਡੇ ਬਜ਼ੁਰਗਾਂ ਨੂੰ ਸ਼ਰਧਾਂਜਲੀ ਅਰਪਿਤ ਕਰਾਂ। ਮੈਨੂੰ ਲੱਗਦਾ ਕਿ ਅਸੀਂ ਰੋਜ਼ਾਨਾ ਹੀ ਰੂਟੀਨ ਦੇ ਵਿੱਚ
ਲੋਕਾਂ ਦੇ ਇਹੋ ਜਿਹੇ ਸਮਾਗਮਾਂ ਦੇ ਵਿੱਚ ਸ਼ਰਧਾਂਜਲੀ ਅਰਪਿਤ ਕਰਦੇ ਹਾਂ। ਲੇਕਿਨ ਅੱਜ ਆਪਦੇ ਬਜ਼ੁਰਗ ਜਿੱਥੇ ਰਿਸ਼ਤੇਦਾਰੀ ਹੋਵੇ ਉਹਨਾਂ ਦੇ ਬਾਰੇ ਕੋਈ ਸ਼ਬਦ ਜਾਂ ਤਾਰੀਫ ਕਹੀਏ ਤਾਂ ਮੈਨੂੰ ਲੱਗਦਾ ਕਿ ਬਹੁਤ ਹੀ ਚੰਗੀ ਗੱਲ ਨਹੀਂ ਹੁੰਦੀ। ਮੈਂ ਅਕਸਰ ਹੀ ਪਹਿਲਾਂ ਜਦੋਂ ਛੋਟਾ ਹੋਇਆ ਕਰਦਾ ਸੀ ਇਹੋ ਜਿਹੇ ਸ਼ਰਧਾਂਜਲੀ ਸਮਾਗਮ ਹੁੰਦੇ ਸਨ ਤਾਂ ਮੈਂ ਸੋਚਦਾ ਸੀ ਕਿ ਇਹ ਸ਼ਰਧਾਂਜਲੀ ਸਮਾਗਮ ਲੋਕਾਂ ਦਾ ਸਮਾਂ ਖਰਾਬ ਕਰਨਾ ਹੈ। ਪਰ ਫਿਰ ਹੌਲੀ ਹੌਲੀ ਇਸ ਗੱਲ ਦੀ ਜਾਣਕਾਰੀ ਹੋਈ ਕਿ ਇਹੋ ਜਿਹੇ ਸ਼ਰਧਾਂਜਲੀ ਸਮਾਗਮ ਬਹੁਤ ਜ਼ਰੂਰੀ ਵੀ ਹਨ, ਕਿਉਂਕਿ ਇਹਨਾਂ ਦੇ ਨਾਲ ਜਾਣ ਵਾਲੇ ਵਿਅਕਤੀ ਬਾਰੇ, ਉਹਦੇ ਪਰਿਵਾਰ ਬਾਰੇ ਜਿਹੜੀ ਉਹਨਾਂ ਨੇ ਨੇਕ ਕਮਾਈ ਕੀਤੀ ਹੁੰਦੀ ਹੈ ਉਹਦਾ ਸਹੀ ਮੈਨੇ ਉਹਦੀ ਤੁਲਨਾ ਹੁੰਦੀ ਹੈ ਕਿ ਪਰਿਵਾਰ ਨੇ ਕੀ ਕਮਾਈ ਕੀਤੀ ਔਰ ਇਨਸਾਨ ਨੇ ਕੀ ਕਮਾਈ ਕੀਤੀ। ਕਈ ਵਾਰੀ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਪਤਾ ਹੀ ਨਹੀਂ ਆਪਦੇ ਬਾਪ ਦੀ ਇੱਜ਼ਤ ਕਿਵੇਂ ਕਰਨੀ ਹੈ, ਮਾਂ ਦੀ ਇੱਜ਼ਤ ਕਿਵੇਂ ਕਰਨੀ ਹੈ। ਮੈਂ ਬਥੇਰੇ ਵਾਰੀ ਪਿੰਡਾਂ 'ਚ ਅਸੀਂ ਜਾਂਦੇ ਹਾਂ, ਲੋਕ ਆਪਦੇ ਮਾਂ ਤੇ ਬਾਪ ਦੀ ਅੱਜ ਇਸ ਕਲਯੁਗ ਦੇ ਵਿੱਚ ਸਤਿਕਾਰ ਨਹੀਂ ਕਰਦੇ। ਇਹ ਆਮ ਹੀ ਰੂਟੀਨ 'ਚ ਵੇਖਣ ਨੂੰ ਮਿਲਦਾ ਹੈ। ਔਰ ਜਿਹੜੇ ਲੋਕ ਆਪਦੀ ਮਾਂ ਤੇ ਬਾਪ ਦਾ ਸਤਿਕਾਰ ਕਰਦੇ ਨੇ ਉਹਨਾਂ ਨੂੰ ਪਰਮਾਤਮਾ, ਸੱਚੇ ਪਾਤਸ਼ਾਹ, ਜੋ ਵੀ ਰੱਬ ਹੈ ਜਿਹਨੂੰ ਅਸੀਂ ਮੰਨਦੇ ਹਾਂ, ਰੱਬ ਕਿਸੇ ਨੇ ਵੇਖਿਆ ਨਹੀਂ ਹੈ। ਕੋਈ ਗਰੜ ਪੁਰਾਣ 'ਚ ਦੇਖਦਾ ਹੈ, ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਵੇਖਦਾ ਹੈ, ਕੋਈ ਮਾਤਾ ਰਾਣੀ ਚਿੰਤਪੁਰਨੀ ਦੇ ਜਾਂਦਾ ਹੈ, ਕੋਈ ਸਾਧਾਸਰ ਜਾਂਦਾ ਹੈ। ਸਾਨੂੰ ਵਿਸ਼ਵਾਸ ਹੈ ਕਿ ਰੱਬ ਹੈ, ਪਰ ਰੱਬ ਕਿਸੇ ਨੇ ਵੇਖਿਆ ਨਹੀਂ। ਔਰ ਮੈਂ ਅਕਸਰ ਹੀ ਇਹ ਬੋਲਦਿਆਂ ਗੱਲ ਕਹਿੰਦਾ ਕਿ ਜੇ ਕਿਸੇ ਨੇ ਰੱਬ ਵੇਖਣਾ, ਇਹ ਮੰਦਿਰ 'ਚ ਰੱਬ ਬਾਅਦ 'ਚ ਵਿਖੇਗਾ, ਗੁਰਦੁਆਰਾ 'ਚ ਬਾਅਦ 'ਚ ਵਿਖੇਗਾ। ਅਸਲੀ ਰੱਬ ਤੁਹਾਡੀ ਮਾਂ ਤੇ ਬਾਪ ਦੇ ਵਿੱਚ ਤੁਸੀਂ ਵੇਖ ਸਕਦੇ ਹੋ, ਉਹਨਾਂ ਦੀ ਸੇਵਾ ਕਰਕੇ ਵੇਖ ਸਕਦੇ ਹੋ। ਤੇ ਅੱਜ ਦੇ ਸਮਾਗਮ 'ਚ ਮੈਨੂੰ ਕਈ ਵਾਰੀ ਬਜ਼ੁਰਗਾਂ ਨੂੰ ਮਿਲਣ ਦਾ ਮੌਕਾ ਮਿਲਿਆ। 95-96 ਸਾਲ ਹੋ ਗਏ ਤੁਹਾਨੂੰ, 95 ਸਾਲ ਅੱਜ ਦੇ ਯੁੱਗ ਦੇ ਵਿੱਚ 95 ਸਾਲ ਜ਼ਿੰਦਗੀ ਭੋਗ ਕੇ ਜਾਣਾ, ਇਹਦਾ ਇੱਕ ਹੀ ਮੰਤਰ ਹੈ। ਮੈਂ ਨਹੀਂ ਦੇਖਿਆ ਕਿ ਕੋਈ ਪਾਠ ਕਰਨ ਵਾਲਾ ਵਧੇਰੇ ਜ਼ਿੰਦਗੀ ਜੀ ਕੇ ਜਾਂਦਾ ਹੈ ਨਾ। ਮੈਂ ਨਹੀਂ ਦੇਖਿਆ ਕਿ ਕੋਈ ਸਤਸੰਗ ਕਰਨ ਵਾਲਾ ਵਧੇਰੇ ਜ਼ਿੰਦਗੀ ਜੀ ਕੇ ਜਾਂਦਾ ਹੈ। ਕਈ ਜਾਂਦੇ ਹੋਣੇ ਆ ਸਤਸੰਗ ਵਾਲੇ ਵੀ ਜ਼ਿੰਦਗੀ ਭੋਗ ਕੇ ਜਾਂਦੇ ਹੋਣੇ ਆ ਕਾਫੀ ਲੰਬੀ, ਲੇਕਿਨ ਸਾਡੇ ਬਜ਼ੁਰਗ ਹਜੇ ਵੀ 95 ਸਾਲਾਂ 'ਚ ਦਿਮਾਗ ਪੂਰਾ। ਮੈਨੂੰ ਆਉਂਦੇ ਕਹਿੰਦੇ ਸੀ, ਹੈਲੋ ਯੰਗ ਜੈਂਟਲਮੈਨ, 40,000 ਰੁਪਇਆ ਪੈਨਸ਼ਨ ਆਉਂਦੀ ਸੀ ਇਸ ਉਮਰ 'ਚ, ਤੇ 38,000 ਰੁਪਏ ਨਾਲ ਗਊਸ਼ਾਲਾ 'ਚ ਪੱਠੇ ਪਾ ਦਿੰਦੇ ਸੀ। ਤੇ ਨਹੀਂ ਮੇਰੇ ਅੱਗੇ ਨੂੰ 38,000 ਆਉਂਦੀ ਹੋਵੇ, ਮੇਰੇ ਅੱਗੇ ਕਹਿੰਦਾ 500 ਦੇ ਪੱਠੇ ਪਾਇਆ ਤੇ 37,500 ਰੁਪਇਆ ਮੈਂ ਪੋਤਰੇ ਵਾਸਤੇ ਖਿਡੌਣੇ ਲਿਆ। ਇਹ ਜ਼ਿੰਦਗੀ ਮੇਰਾ ਖਿਆਲ ਇੱਥੋਂ ਤੱਕ ਪਹੁੰਚਣ ਦਾ ਰਾਜ ਇੱਕ ਤਾਂ ਪਰਿਵਾਰ ਤੇ ਇੱਕ ਆਪਦਾ ਜੀਵਨ ਦੇ ਵਿੱਚ ਮੈਨੂੰ ਲੱਗਦਾ ਕਿਸੇ ਪ੍ਰਕਾਰ ਦਾ ਕੋਈ ਲਾਲਚ, ਕੋਈ ਹਉਮੈ ਤੇ ਮੈਂ ਨਹੀਂ ਸੀ। ਰੱਬ ਦੇ ਲੇਖੇ ਅਸਲ ਦੇ ਵਿੱਚ ਲਾਇਆ, ਸੇਵਾ ਕੀਤੀ ਤੇ ਉਮਰ ਚੰਗੀ ਤਾਂ ਭੋਗ ਕੇ ਜਾਂਦਾ ਬੰਦੇ ਦੇ ਜੇ ਦਿਮਾਗ ਤੇ ਕੋਈ ਕਿਸੇ ਪ੍ਰਕਾਰ ਦਾ ਬੋਝ ਨਾ ਹੋਵੇ, ਟੈਨਸ਼ਨ ਨਾ ਹੋਵੇ। ਤੇ ਸੱਜਣ ਪਰਿਵਾਰ ਦੀ ਸੇਵਾ, ਮੈਂ ਸਮਝਦਾ ਕਿ ਮਾਂ ਬਾਪ ਦੇ ਬੈੱਡ ਦੇ ਵਿੱਚ ਕਰੋੜ ਰੁਪਇਆ ਰੱਖ ਦਿਓ, ਉਹਦਾ ਕੋਈ ਫਾਇਦਾ ਨਹੀਂ। ਆਪਦੀ ਮਾਂ ਨੂੰ 3 ਸੂਟ ਡੇਲੀ ਬਣਵਾ ਕੇ ਦੇ ਦਿਓ, 4 ਨਕਸ਼ਾ ਛੱਡ ਦਿਓ, ਕੋਈ ਫਾਇਦਾ ਨਹੀਂ। ਜਿਹੜੇ ਲੋਕ ਆਪਦੀ ਮਾਂ ਤੇ ਬਾਪ ਦੀ ਸੇਵਾ ਕਰਦੇ ਆ, ਇਹੀ ਇੱਕ ਰਾਜ ਹੈ। ਜੇ ਮਾਂ ਤੇ ਬਾਪ ਦੇ ਮੰਜੇ ਤੇ ਬਹਿ ਕੇ ਉਹਦੀਆਂ ਪੋਤ ਨੋਹਾਂ ਸੇਵਾ ਕਰਦੀਆਂ ਤਾਂ ਉਹਦੀ ਉਮਰ ਵਧਾਈ ਜਾ ਸਕਦੀ ਹੈ। ਇੱਕ ਹੀ ਨੁਕਤਾ ਹੈ, ਨਾ ਕੋਈ ਪੰਡਤ, ਨਾ ਕੋਈ ਬਾਬਾ, ਨਾ ਕੋਈ ਅਰਦਾਸ।
क्योंकि आपकी मां ने जिन्हें पैदा किया होंगे, जिन्हें बाप ने चक के खड़ाया, जे आपके बाप की सेवा नहीं कर सकता, इन्हें माता चिंतपूर्णी दे गुरु ग्रंथ साहब के पोचे लाउंदा फिरे कोई फायदा नहीं है। सो मैं समझदा है कि साडे बुजुर्ग 95 साल की उम्र इस करके भोग के गए, एक तो कोई मन से तनाव नहीं सीगा, और दूजा दोवें पुत्तां ने, धीआं ने, पोत नोहां ने, पोतियां ने, बाबू जी अशोक सच्चर ने, प्रवीण जी अंकल ने बड़ी आपके बाप की सेवा की, मैं समझदा। और 95 साल की उम्र दे विच बंदे दे ड्रिप ना लगे, इंजैक्शन ना लगे, हस्पताल जाने की लोड़ ना पवे ते हसदे हसदे इस दुनिया तो चले जान। दुख भी है, क्योंकि दुख इस करके है कि मुड़ के हुण जिहड़ा मंजा है जिहदी रौनक लगी सी, मेरियां भैणां संभालदियां सन, वो हुण मंजा खाली हो गया। इस गल का बड़ा दुख है। बेशक उम्र भोग के गए हैं, क्योंकि बुजुर्गों ने हम वापस नहीं होना, हम फोटो च ही दर्शन होया करेंगे। ते खुशी इस गल की है कि सच्चे पातशाह, मैं ये गल कहना कि एहो जा मरना हरेक इंसान का होवे, हरेक इंसान इतनी उम्र भोग के जावे ते इतनी खुशी ना जावे जिहदे परिवार पूरी तनदेही नाल सेवा करके कर, नहीं तो रोल रोल के तो कई बाप मरी जाते हैं, कई मावा मरी जाती। सो मैं अंत में आपके बुजुर्गों को, उस कर्म वाले बुजुर्गों को, उस रब के बंदे को मैं श्रद्धा के फुल भेंट करदा है। मेरे कहन नाल गुरु महाराज के चरणों में निवास नहीं मिलना, निवास तो उन्होंने भक्ति नाल मिलना है। जो उन्होंने भक्ति की, जो सेवा की गौ माता की, जो सही दसवंज भी सब कुछ आपदा ला के वो रब के लेखे लाते सन। गुरु महाराज उन्होंने अपने चरणों में निवास बख्शण के पिछे साडे अंकल हरां नूं परिवार को भारा मनन का बल बख्शण। बाकी उस परिवार बारे मैं कोई बहुता दसना नहीं चाहता, जरूरी नहीं माइक ते दसांगे तो फिर चानण हुंदा है, जनता नूं पता हुंदा है। माइक का मेरे अगे झूठ भी बोल देंदे, कई बारी जान वाले व्यक्ति के बारे कुछ सही होर गल्लां भी कह जाते हैं, लेकिन जनता नूं ते लोकां नूं इस गल का पता होंदा है कि परिवार किहो जिहा ते बुजुर्ग किहो जिहे सन। और सच्चे पातशाह ओही कृपा मेरे अक्कल होरां ते पिता भरपूत घोड़े पे घोड़ा, बहुते नहीं ते थोड़ा थोड़ा। सज्जर साहब होरां ने भी, दोवें भरावां ने पूरा फरीदकोट दे विच नहीं पूरे इलाके दे विच आपदा नाम कमाया। सो इन्ने शब्दां दे नाल हाज़री करियो। परिवार थोड़ा सारिਆਂ ਦਾ बहुत बहुत धन्यवाद, बहुत बहुत मेहरबानी। परमात्मा उन्होंने आपके चरणों में निवास बख्शे। जय। मानयोग सरदार कुलतार सिंह जी संधवा MLA हल्का कोटकपूरा, उन्होंने वालों शोक मता। श्री सोम प्रकाश जी मिनिस्टर भारत सरकार, उन्होंने वालों शोक मता। श्री विनोद बजाज जी के समूह मैंबर दशहरा कमेटी फरीदकोट के वालों शोक मता। अशोक बैन जी सकत्तर रेड क्रॉस शाखा फिरोजपुर, उन्होंने वालों शोक मता। सरदार सुखचैन सिंह जी बराड़ साहब मेजर अजैब सिंह कॉन्वेंट स्कूल जाऊनवाला, उन्होंने वालों शोक मता। सील सोसाइटी फरीदकोट के वालों शोक मता। श्री विजय अरोड़ा जी पास डिस्ट्रिक्ट गवर्नर रोटरी इंटरनेशनल, उन्होंने वालों शोक मता। राज अरोड़ा जी पंचकूला तो परिवार के नाल दुख वंडाउण आए ने, ओके कारोबारी, मैं उन्होंने भी धन्यवाद करदा है। कैप्टन धर्म सिंह जी गिल, माता लंगर माता खीवी जी, उन्होंने वालों शोक मता। श्री मोहन लाल जी रिटायर्ड ADC साहब, उन्होंने वालों शोक मता। और डॉक्टर प्रवीण गुप्ता जी श्री राम हॉस्पिटल के वालों, श्री उपेंद्र शर्मा जी साबका जेल के न्याय मंत्री पंजाब, परिवार के नाल दुख वंडाउण आए ने, मैं धन्यवाद करदा जी। संजीव गर्ग विक्की जी प्रधान रोटरी क्लब, श्री अमरनाथ जी गौड़ रिटायर्ड जिला ते सैशन जज पटियाला हाउस दिल्ली तो शोक मता साडे कोले पहुंचा जी। और मानयोग सरदार इंद्रजीत सिंह जी सेखो साहब, जिस तरह मैं पहले ही उन्होंने बारे गल करके हटिया कि सिक्ख्या के चानण के नाल फरीदकोट के लोगों को अगे बढ़ना और दृढ़ता के नाल गल कहनी उन्होंने सिखाई है, साडे नाल बने हुए ने। जैशनप्रीत सिंह जी ढिल्लों साहब, साडे मानयोग सरदार कुशलदीप सिंह जी ढिल्लों ex-MLA फरीदकोट के भाई साहब, उन्होंने वालों शोक मता। इंद्रजीत सिंह जी खीवा साहब,
और मानयोग सरदार मनोहर सिंह जी तुन्ना साहब साडे रिटायर्ड डीपीआरओ साहब सिविल पेंशनर एसोसीएशन के वालों शोकमता लेके आए ने। नैशनल यूथ क्लब के प्रधान डॉक्टर बलजीत शर्मा जी ते समूह मैंबरां दे वालों शोकमता, रजिंदर पाल जी रिटायर्ड तहसीलदार उन्हां दे वालों शोकमता, अरनजीत सिंह जी सिद्धू चीफ इलैक्ट्रिकल इंस्पैक्टर पंजाब रिटायर्ड उन्हां वालों शोकमता, सरदार गुरचरण सिंह जी अंतरराष्ट्रीय भंगड़ा कोच प्रधान नैशनल यूथ वेलफेयर क्लब उन्हां वालों शोकमता, जनिंदर जैन जी मुख्य सेवादार बाबा केंद्रपाल चैरिटेबल ट्रस्ट फरीदकोट, बलदेव तेलिया जी और डॉक्टर संजीव गोयल साहब प्रधान लायंस क्लब फरीदकोट विशाल वालों शोकमता, श्री लेखराज जी वधवा प्रधान गौशाला पंचवटी, संजीव कुमार जी गुप्ता एक्स चीफ इरीगेशन विभाग पंजाब उन्होंने वालों शोकमता, इंजीनियर चमन लाल जी गुलाटी माउंट लिटरा जी स्कूल फरीदकोट के वालों शोकमता, बलवंत गर्ग जी साडे उगे रिपोर्टर, सतीश बागी जी उगे रिपोर्टर उन्होंने वालों शोकमता, डॉक्टर हरजिंदर सिंह जी उन्होंने वालों शोकमता, गौरव कक्कड़ साहब भारतीय जनता पार्टी के बहुत बड़े आगू उन्होंने वालों शोकमता, दुर्गेश शर्मा जी बीजेपी के डिस्ट्रिक्ट प्रेजिडेंट उन्होंने वालों शोकमता, डॉक्टर जगीर सिंह जी कांग्रेसी आगू उन्होंने वालों शोकमता, सोनू राजपाल एंड कंपनी उन्होंने वालों शोकमता, मानयोग सरदार तजिंदर सिंह जी मौड़ DIG जेला उन्होंने वालों शोकमता, विजय शारदा जी साडे MC साहब उन्होंने वालों शोकमता, प्रिंसीपल परमिंदर सिंह जी सरकारी बरजिंदर कॉलेज फरीदकोट उन्होंने वालों शोकमता, प्रिंसीपल सुरेश अरोड़ा जी प्रधान कृष्णवंती सेवा सोसाइटी उन्होंने वालों शोकमता, धनी विर्क साहब साडे बहुत प्यारे वीर और नौजवान कांग्रेसी आगू उन्होंने वालों शोकमता, HS लिली साहब अमर कुमार जी बीनू उन्होंने वालों शोकमता और डॉक्टर विश्वदीप गोयल प्रेजिडेंट हेल्थ फॉर ऑल उन्होंने वालों शोकमता दविंदर जी और प्रोफेसर दलबीर सिंह जी उन्होंने वालों शोकमता, बलबीर सिंह जी बिल्ला साहब आरतीया एसोसिएशन फिरोजपुर, विरसा सिंह जी संधू उन्होंने वालों डॉक्टर RS साहब उन्होंने वालों इंडियन मेडिकल एसोसिएशन के वालों शोकमता, मानयोग सरदार परमबल सिंह जी बंटी रमाणा मुख्य सेवादार श्रोमणी अकाली दल हलका फरीदकोट ते समूह जथेबंदी श्रोमणी अकाली दल के वालों शोकमता, श्री भोले बाबा कावड़ संघ फरीदकोट के वालों शोकमता, भारतीय सनातन धर्म महावीर दल उन्होंने एडवोकेट राजकुमार गुप्ता जी के वालों शोकमता, दशमेश इंस्टीट्यूशन रिसर्च एंड डेंटल साइंस ग्रुप के वालों डॉक्टर SPS सोटी साहब उन्होंने वालों शोकमता और जिला अग्रवाल सभा जिला फरीदकोट के वालों शोकमता, श्री कमल कल्याण आश्रम चैरिटेबल ट्रस्ट फरीदकोट के वालों शोकमता, श्री राधा कृष्ण धाम जिथे असीं बैठे उन्होंने वालों शोकमता, सेवा भारती फरीदकोट उन्होंने वालों गौ सेवा सदन ते वेलफेयर सोसाइटी उन्होंने वालों शोकमता और प्रेम संकीर्तन मंडल फरीदकोट के वालों शोकमता, समूह यादव परिवार मंडल के वालों शोकमता, श्री बालाजी संघ जिसके परमीन सत्तर साहब बहुत वधिया काम कर रहे हैं, गौशाला पंचवटी के वालों शोकमता, कच्चा आड़ती एसोसिएशन उन्होंने वालों श्री दुर्गा सेवा दल रजिस्टर्ड फरीदकोट उन्होंने वालों पंजाब प्रदेश व्यापार मंडल रजिस्टर्ड फरीदकोट उन्होंने वालों खत्री सभा मोगा उन्होंने वालों शोकमता, गुरुद्वारा साहिबजादा जी सिंह लंगर माता खीवी जी उन्होंने वालों शोकमता, डॉक्टर परमजीत सिंह जी गिल, डॉक्टर महिमा सिंह जी गिल, डॉक्टर रणबीर सिंह जी गिल, डॉक्टर लाल सिंह हॉस्पिटल गोलेवाला उन्होंने वालों शोकमता और सरबंस दानी फिलिंग स्टेशन फिटे खुर्द उन्होंने वालों शोकमता, श्री बाबा भोले कावड़ संघ उन्होंने वालों शोकमता और प्रोफेसर तरसेम सिंह जी नरूला साहब जैतो तो साडे साहिब दा मान उन्होंने वालों शोकमता, व्यापार एसोसिएशन के वालों शोकमता, एडवोकेट रमेश चंद्र जी जैन साबका गवर्नर रोटरी इंटरनेशनल उन्होंने वालों शोकमता, सील सोसाइटी के समूह मैंबर सिविल पेंशनर एसोसिएशन के वालों शोकमता, नैशनल यूथ क्लब फरीदकोट के प्रधान डॉक्टर बलजीत शर्मा जी समुची टीम नाल पहुंचे हुए ने और उन्होंने बहुत बहुत धन्यवाद। बिल्कुल अंत के विच मैं बड़ी विनम्रता नाल बड़े अदब नाल मानयोग श्री दीप मल्होत्रा साहब साडे साबका विधायक और देश के उगे कारोबारी उन्होंने बेनती करते हैं कि वो आउण और परिवार के वालों सारे का धन्यवाद करन। मानयोग दीप मल्होत्रा साहब कोई तारीफ मैं सच्चर परिवार की करा वो कोई गल नहीं, क्योंकि मेरा सच्चर परिवार नाल लोकां दा वास्ता है भी जदों कोई खुशी गमी होनी तो उदों मिलना।
ਤੇ ਸ਼ਾਇਦ ਮੈਂ ਜਾਂ ਕੋਈ 2-4 ਬੰਦੇ ਮੈਂ ਕਹਿ ਸਕਦਾ ਵੀ ਜਿਵੇਂ ਪਰਿਵਾਰ ਦੇ ਬੰਦਿਆਂ ਨੇ ਰੋਜ਼ ਮਿਲਣਾ ਹੈ ਕਿ ਮੈਂ ਜਿੰਨੇ ਦਿਨ ਵੀ ਫਰੀਦਕੋਟ ਰਹਿਣਾ ਹੈ, ਮੈਂ ਉਹ ਨਹੀਂ ਹੋ ਸਕਦਾ ਵੀ ਸੱਚਰ ਸਾਹਿਬ ਮੈਨੂੰ ਸਵੇਰੇ ਨਾ ਮਿਲ ਕੇ ਜਾਣ ਜਾਂ ਚਾਹ ਦਾ ਕੱਪ ਮੇਰੇ ਕੋਲੇ ਨਾ ਪੀ ਕੇ ਜਾਣ। ਮਤਲਬ ਕੋਈ ਟਾਈਮ ਵੀ ਐਸਾ ਨਹੀਂ ਹੈ। ਸੋ ਮੈਂ ਤਾਂ ਇੱਕ ਗੱਲ ਜਿਹੜੀ ਰਾਜਾ ਜੀ ਨੇ ਕਹੀ ਹੈ ਵੀ ਜਿੰਨਾ ਬਜ਼ੁਰਗਾਂ ਦਾ ਆਸ਼ੀਰਵਾਦ ਰਹਿੰਦਾ ਹੈ ਉਹਦਾ ਕੋਈ ਨਾ ਤਾਂ ਦੇਣਾ ਦੇ ਸਕਦਾ ਹੈ। ਤੇ ਅੱਜ ਉਹ ਪਰਿਵਾਰ ਦੀ ਮੈਂ ਤਾਂ ਇਹ ਸਮਝਦਾ ਵੀ ਇਸ ਪਰਿਵਾਰ ਦੇ ਜਿੰਨੀਆਂ ਚੀਜ਼ਾਂ ਵੀ ਅੱਜ ਤੁਸੀਂ ਦੇਖ ਰਹੇ ਹੋ ਇਹ ਸਭ ਉਹ ਬਜ਼ੁਰਗਾਂ ਦਾ ਆਸ਼ੀਰਵਾਦ ਸੀ ਜਾਂ ਉਹਨਾਂ ਦੀਆਂ ਸੱਚੀਆਂ ਸਿੱਖਿਆਵਾਂ ਸੀਗੀਆਂ ਜਿਹੜੀਆਂ ਕਿ ਇਸ ਪਰਿਵਾਰ ਨੂੰ ਇੱਥੋਂ ਤੱਕ ਲੈ ਕੇ ਆਇਆ। ਕਿ ਕਿਉਂਕਿ ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਵੀ ਚਲੋ ਇੱਕ ਇਲੈਕਸ਼ਨ ਦਾ ਇੱਕ ਪੋਲੀਟੀਕਲ ਪ੍ਰੋਸੈਸ ਹੁੰਦਾ ਵੀ ਜਿੰਨੀ ਮਦਦ ਕੀਤੀ ਹੋਊਗੀ ਉਹ ਮੈਂ ਉਸ ਗੱਲ ਨਹੀਂ ਅੱਜ ਕਹਿਣਾ ਚਾਹੁੰਦਾ, ਪਰ ਮੈਂ ਪਰਿਵਾਰਿਕ ਤੌਰ ਤੇ ਕਹਿਣਾ ਚਾਹੁੰਦਾ ਕਿ ਸ਼ਾਇਦ ਮੈਨੂੰ ਕੋਈ ਇੱਕ ਦਿਨ ਇਹੋ ਜਿਹਾ ਹੋਵੇ ਵੀ ਜਦੋਂ ਮੈਨੂੰ ਨਾ ਸੱਚਰ ਸਾਹਿਬ ਸਵੇਰੇ ਮੇਰੇ ਕੋਲ ਹੋ ਕੇ ਗਏ ਹੋਣ ਜਦੋਂ ਮੈਂ ਫਰੀਦਕੋਟ ਹੋਵਾਂ ਤਾਂ ਰੇਅਰਲੀ ਕੋਈ ਚਾਂਸ ਹੋਊਗਾ। ਸੋ ਮੈਂ ਤਾਂ ਬਜ਼ੁਰਗਾਂ ਦਾ ਇੱਕ ਸੱਚੀ ਸ਼ਰਧਾਂਜਲੀ ਦਿੰਦਾ ਤੇ ਜਿੰਨੀ ਪਰਿਵਾਰ ਪ੍ਰਤੀ ਸਿਰ ਝੁਕਾ ਕੇ ਮੈਂ ਇਹਨਾਂ ਦਾ ਨਿਮਨ ਕਰਦਾ ਸਤਿਕਾਰ ਕਰਦਾ ਕਿ ਇੱਕ ਸੱਚੇ ਸੁੱਚੇ ਤਰੀਕੇ ਨਾਲ ਤੇ ਇੱਕ ਉੱਗੇ ਵਪਾਰੀ ਹੋਣ ਦੇ ਨਾਤੇ, ਕਿਉਂਕਿ ਮੈਂ ਆਪ ਵਪਾਰੀ ਆ, ਮੈਂ ਸਾਰੀ ਚੀਜ਼ ਸਮਝ ਸਕਦਾ ਕਿ ਅੱਜ ਦੀ ਡੇਟ ਦੇ ਵਿੱਚ ਸਾਰਿਆਂ ਨਾਲ ਸਾਰੀ ਚੀਜ਼ ਨੂੰ ਮੇਨਟੇਨ ਕਰਨਾ ਤੇ ਸਾਰੇ ਪੰਜਾਬ 'ਚ ਜਾਂ ਬਾਹਰ ਆਪਣਾ ਨਾਮ ਕਮਾਉਣਾ ਇਹ ਕੋਈ ਸੌਖੀ ਗੱਲ ਨਹੀਂ ਹੁੰਦੀ। ਇਹ ਕਿਸੇ ਦਾ ਆਸ਼ੀਰਵਾਦ ਹੋਵੇ ਤਾਂ ਹੀ ਇਹ ਚੀਜ਼ਾਂ ਹੋ ਸਕਦੀਆਂ। ਮੈਂ ਵੀ ਆਪਣੇ ਮਾਂ-ਬਾਪ ਦੀ ਆਸ਼ੀਰਵਾਦ ਦਾ ਸੁੱਖ ਪਾ ਰਿਹਾ। ਮੈਂ ਕੋਈ ਪੜ੍ਹਿਆ ਲਿਖਿਆ ਨਹੀਂ ਆ ਵੀ ਮੈਂ ਕੋਈ ਐਸੀ ਚੀਜ਼ ਹੈ, ਲੇਕਿਨ ਇੱਕ ਮਾਂ-ਬਾਪ ਦਾ ਆਸ਼ੀਰਵਾਦ ਇੱਕ ਇਹੋ ਜਿਹੀ ਚੀਜ਼ ਹੁੰਦੀ ਹੈ ਜਿਹਨੂੰ ਅਸੀਂ ਕਦੀ ਝੁਠਲਾ ਨਹੀਂ ਸਕਦੇ। ਤੇ ਸਾਰੇ ਜਿੰਨੇ ਦੇਖੋ ਇੱਥੇ ਲੋਕ ਆਏ ਹੈ ਇਹ ਸਾਡੇ ਪਰਿਵਾਰਿਕ ਹੈ ਔਰ ਸਾਰਿਆਂ ਦਾ ਮੈਂ ਤਹਿ ਦਿਲੋਂ ਪਰਿਵਾਰ ਵੱਲੋਂ ਵੀ ਤੇ ਇੱਕ ਸ਼ਹਿਰ ਦਾ ਤੁਹਾਡਾ ਤੇ ਪਰਿਵਾਰਿਕ ਬੰਦਾ ਹੋਣ ਦੇ ਨਾਤੇ ਮੈਂ ਸਾਰਿਆਂ ਦਾ ਸਿਰ ਝੁਕਾ ਕੇ ਧੰਨਵਾਦ ਕਰਦਾ ਕਿ ਇਹੋ ਜਿਹੀਆਂ ਸਿੱਖਿਆਵਾਂ ਇਹੋ ਜਿਹਾ ਆਸ਼ੀਰਵਾਦ ਆਪਾਂ ਵੀ ਸਾਰੇ ਆਪਣੇ ਬਜ਼ੁਰਗਾਂ ਤੋਂ ਲਿਆ ਕਰੀਏ। ਇਹਦਾ ਨਾ ਕੋਈ ਮੁੱਲ ਹੈ ਤੇ ਨਾ ਹੀ ਕਦੀ ਇਹੋ ਜਿਹਾ ਕਦੀ ਚੀਜ਼ ਦਾ ਮੁਕਾਬਲਾ ਹੋ ਸਕਦਾ। ਇੰਨਾ ਹੀ ਕਹਿੰਦਾ ਹੋਇਆ ਮੈਂ ਸਾਰਿਆਂ ਨੂੰ ਨਮਸਕਾਰ ਕਰਦਾ। ਮੈਂ ਧੰਨਵਾਦ ਕਰਦਾ ਦੀਪਕ ਸੋਨੂ ਜੀ ਸਾਡੇ ਚੇਅਰਮੈਨ ਮਾਰਕੀਟ ਕਮੇਟੀ ਸਾਦਕ ਔਰ ਮਾਨਯੋਗ ਸਰਦਾਰ ਨਾਨਕ ਸਿੰਘ ਜੀ ਐਸਐਸਪੀ ਸਾਹਿਬ, ਮਹੀਪਿੰਦਰ ਸਿੰਘ ਜੀ ਸਾਡੇ ਸੇਖੋ ਸਾਹਿਬ ਔਰ ਰਜਿੰਦਰ ਦਾਸ ਜੀ ਰਿੰਕੂ ਸਾਹਿਬ, ਇਹਨਾਂ ਦੇ ਵੱਲੋਂ ਵੀ ਸ਼ੋਕ ਮਤੇ ਪਹੁੰਚੇ ਨੇ। ਸੋ ਪਰਿਵਾਰ ਦੇ ਵੱਲੋਂ ਇੱਕ ਵਾਰੀ ਫੇਰ ਦੋਨੋਂ ਹੱਥ ਜੋੜ ਕੇ ਜਿੰਨੀਆਂ ਵੀ ਮਾਨਯੋਗ ਸਤਿਕਾਰਯੋਗ ਹਸਤੀਆਂ ਇੱਕ ਕਦਮ ਇੱਥੇ ਪਹੁੰਚੀਆਂ ਨੇ ਜਿਸ ਦਾ ਅਸੀਂ ਨਾਮ ਨਹੀਂ ਵੀ ਲਿਆ ਸਾਡੇ ਲਈ ਉਹ ਵੀ ਉਨੇ ਹੀ ਸਤਿਕਾਰਯੋਗ ਨੇ ਜਿਨ੍ਹਾਂ ਦੇ ਅਸੀਂ ਨਾਮ ਲਏ ਨੇ। ਪਰ ਲੰਗਰ ਬਿਲਕੁਲ ਬਾਹਰ ਤਿਆਰ ਹੈ। ਇੱਕ ਵੀ ਮਾਨਯੋਗ ਹਸਤੀ ਐਸੀ ਨਾ ਹੋਵੇ ਜਿਹੜੀ ਲੰਗਰ ਛਕੇ ਤੋਂ ਬਿਨਾਂ ਜਾਣ ਦੀ ਕਿਰਪਾਲਤਾ ਕਰੇ। ਸੱਚਰ ਪਰਿਵਾਰ ਦੇ ਵੱਲੋਂ ਅਸ਼ੋਕ ਸੱਚਰ ਸਾਹਿਬ, ਪ੍ਰਵੀਨ ਸੱਚਰ ਸਾਹਿਬ, ਰਾਹੁਲ ਸੱਚਰ ਜੀ, ਆਰਿਸ ਸੱਚਰ ਜੀ, ਉਹਨਾਂ ਦੇ ਵੱਲੋਂ ਮੈਂ ਦੋਨੋਂ ਹੱਥ ਜੋੜ ਕੇ ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮਿਹਰਬਾਨੀ ਕਰਕੇ ਸਾਰਿਆਂ ਨੇ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਹੈ। ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਉਸ ਦੇ ਲਈ ਮੈਂ ਖਿਮਾ ਚਾਹੁੰਦਾ, ਮਾਫੀ ਮੰਗਦਾ। ਉਮੀਦ ਹੈ ਕਿ ਆਪਣਾ ਛੋਟਾ ਜਿਹਾ ਬੱਚਾ ਸਮਝ ਕੇ ਮੈਨੂੰ ਮਾਫ ਕਰੋਗੇ ਔਰ ਸੱਚਰ ਪਰਿਵਾਰ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ। मेरा वालिया साइया रखी चरना दे कोल, मेरा वालिया साइया रखी चरना दे कोल, 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 मेरा वालिया साइया रखी चरना दे कोल, मेरा वालिया साइया रखी चरना दे कोल।